वाहिगुरू वाहिगुरू जी वाहिगुरू वाहिगुरू। आवाज़ां वाले नू ओए आके दुनिया दे विच कीते चोज नियारे ओ हामी होके दाता दर्द बना ले दुखियां दे मैं सदके टुटदे हंझू वेख के तेरे नहीं सहारे बना ले दुखियां दे ओ टुटदे हंझू वेख के तेने नहीं सहारे ओ राखी तिलक जंजू दी करन वास्ते बापू नू मैं सदके के आप करा ते सीवली बल त्यारे वास्ते बापू नू ओ कह के आप कराते सी दिल्ली वल त्यारे ओ भूखे तेग म्यान मंगे आके सीस सी मैं सदके जाना मारन वाले नितरे पंज प्यारे सीस सी ओ जाना मारन वाले नितरे पंज प्यारे ओ तेरे कले संग ने लखा दे मुंह मोड़ते मैं सदके ओ लड़के नाल हाथियां कीते हथ करारे दे मुंह मोड़ते ओ लड़के नाल हाथियां कीते हथ करारे ओ जीण गलामी नालो सतर चंगा यार दा मैं सदके सौंगे माची वाड़े पलके बलखे बखारे चंगा जारदा ओ सोंगे माची वाड़े पलके बलखे बखारे बह के सिर के पालड़े पूरे उतरे शांत जी मैं सदके ओ बारे कार पुरख दे पूरे करते सारे ओ बारे कार पुरख दे पूरे करते सारे वाहिगुरू सत्कारयोग शर्मानयोग गुरु रूप गुरु खालसा साध संगत जी नगर कीर्तन नगर दियां परिक्रमा करदा होया सिख संगतां समेत दूसरे पड़ाव ते पहुंच चुके है।
ਇੱਥੇ ਗੁਰਦੁਆਰਾ ਸਾਹਿਬ ਪੱਕਾ ਸਾਹਿਬ ਵਿਖੇ ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਹਨ। ਸੋ ਜਿਨ੍ਹਾਂ ਗੁਰਮੁਖਾਂ ਨੇ ਸੰਗਤਾਂ ਨੇ ਪ੍ਰਸ਼ਾਦਾ ਛਕਣਾ ਹੈ, ਗੁਰੂ ਕੇ ਲੰਗਰ ਵਿੱਚ ਹਾਜ਼ਰੀ ਲਵਾਓ, ਗੁਰੂ ਕਾ ਲੰਗਰ ਛਕੋ, ਕਿਉਂਕਿ ਸਾਡੇ ਸਰੀਰ ਨੂੰ ਤਾਕਤਵਰ ਬਣਾਉਣ ਦੇ ਲਈ ਅਸੀਂ ਲੰਗਰ ਛਕਦੇ ਹਾਂ, ਪ੍ਰਸ਼ਾਦਾ ਛਕਦੇ ਹਾਂ। ਜੇ ਅਸੀਂ ਆਪਣੇ ਮਨ ਨੂੰ ਬਲਵਾਨ ਬਣਾਉਣਾ ਹੈ ਫਿਰ ਸਾਨੂੰ ਵਾਹਿਗੁਰੂ ਸ਼ਬਦ ਦਾ ਲੰਗਰ ਛਕਣਾ ਪਊਗਾ। ਜਿੱਥੇ ਅਸੀਂ ਗੁਰੂ ਕਾ ਲੰਗਰ ਛਕਦੇ ਹਾਂ ਉੱਥੇ ਵਾਹਿਗੁਰੂ ਸ਼ਬਦ ਦਾ ਲੰਗਰ ਵੀ ਛਕੋ। ਦੋ ਕੰਮ ਹੁੰਦੇ ਆ, ਇੱਕ ਸਾਡੀ ਆਤਮਾ, ਸਾਡਾ ਮਨ ਬਲਵਾਨ ਤਾਕਤਵਰ ਬਣ ਜਾਂਦਾ ਹੈ, ਤੇ ਜਦੋਂ ਅਸੀਂ ਗੁਰੂ ਕਾ ਲੰਗਰ ਛਕ ਲੈਂਦੇ ਆ ਉਦੋਂ ਸਾਡਾ ਸਰੀਰ ਤਾਕਤਵਰ ਬਣ ਜਾਂਦਾ ਹੈ, ਹਿੰਮਤ ਪੈ ਜਾਂਦੀ ਹੈ। ਸੋ ਇਹ ਦੋਨੇ ਹੀ ਗੱਲਾਂ ਜ਼ਰੂਰੀ ਨੇ। ਸ਼ਰਧਾ ਭਾਵਨਾ ਦੇ ਨਾਲ ਜੋ ਪੱਕਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ, ਗੁਰਮੁਖ ਪਿਆਰਿਓ, ਉਹ ਲੰਗਰ ਪ੍ਰਬੰਧਕ ਵੀਰਾਂ ਨੇ ਸੰਗਤਾਂ ਵਾਸਤੇ ਬੜੀ ਸ਼ਰਧਾ ਭਾਵਨਾ ਨਾਲ ਤਿਆਰ ਕੀਤਾ ਹੈ। ਇਹ ਜਿਹੜਾ ਲੰਗਰ ਛਕਣਾ ਗੁਰੂ ਕੇ ਲੰਗਰ ਵਿੱਚ, ਤੇ ਜੇ ਆਪਾਂ ਕਿਤੇ ਹੋਰ ਕੋਈ ਪ੍ਰਸ਼ਾਦਾ ਛਕਦੇ ਆ ਉਹਦੇ ਵਿੱਚ ਬਹੁਤ ਵੱਡਾ ਅੰਤਰ ਹੈ, ਫਰਕ ਹੈ, ਕਿਉਂਕਿ ਇਹ ਗੁਰਮੁਖਾਂ ਨੇ ਲੰਗਰ ਤਿਆਰ ਕੀਤਾ ਹੈ। ਗੁਰਮੁਖਾਂ ਦਾ ਲੰਗਰ ਤਿਆਰ ਕਰਿਆ ਹੋਇਆ ਜਦੋਂ ਅਸੀਂ ਛਕਾਂਗੇ ਤੇ ਬੀਬੀਆਂ ਨੇ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਪ੍ਰਸ਼ਾਦਾ ਪਕਾਇਆ। ਇਹ ਇੱਕ ਵਿਲੱਖਣਤਾ ਹੈ ਗੁਰੂ ਕੇ ਲੰਗਰ ਦੀ, ਇੱਕ ਵਾਧਾ ਹੈ ਸਿੱਖ ਕੌਮ ਦੇ ਵਿੱਚ। ਸੋ ਗੁਰਮੁਖ ਪਿਆਰਿਓ, ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ, ਦੀਵਾਨ ਸਜਦੇ ਹੈ, ਤੇ ਗੁਰਮੁਖੋ ਉੱਥੇ ਫਿਰ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਐਡੀ ਵੱਡੀ ਕਿਰਪਾ ਕੀਤੀ ਹੈ। ਉੱਥੇ ਲੰਗਰ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ। ਲੰਗਰ, ਸੰਗਤ, ਪੰਗਤ, ਇਹ ਸਾਡੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ। ਬੁੱਲੇ ਸ਼ਾਹ ਫਕੀਰ ਨੇ ਬਹੁਤ ਸੁੰਦਰ ਲਾਈਨਾਂ ਲਿਖੀਆਂ, ਤੁਹਾਡੇ ਧਰਮ ਦੀ ਵਡਿਆਈ ਲਿਖ ਰਿਹਾ ਹੈ। ਉਹ ਕਹਿੰਦਾ, ਮੈਂ ਮੰਦਿਰ ਵਿੱਚ ਗਿਆ, ਉੱਥੇ ਪੁਜਾਰੀ ਕਹਿੰਦਾ ਟੱਲ ਖੜਕਾ ਲੈ, ਆਰਤੀਆਂ ਕਰ ਲੈ ਬੈਠ ਕੇ, ਪਰ ਪ੍ਰਸ਼ਾਦੇ ਦਾ ਕੋਈ ਪ੍ਰਬੰਧ ਨਹੀਂ। ਫਿਰ ਕਹਿੰਦਾ ਮੈਂ ਆਪਣੀ ਮਸੀਤ ਵਿੱਚ ਗਿਆ, ਮਸੀਤ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਪੁੱਛਿਆ ਛਕਣ ਵਾਸਤੇ। ਉਹ ਕਹਿੰਦੇ ਨਵਾਜ਼ਾਂ ਪੜ ਲੈ, ਸਜਦੇ ਕਰ ਲੈ, ਉਜੂ ਕਰ ਲੈ, ਇੱਥੇ ਪ੍ਰਸ਼ਾਦੇ ਦਾ ਕੋਈ ਪ੍ਰਬੰਧ ਨਹੀਂ। ਫਿਰ ਕਹਿੰਦਾ ਮੈਂ ਗੁਰਸਿੱਖਾਂ ਦੇ ਧਾਮ ਤੇ ਗਿਆ, ਉੱਥੇ ਜਾ ਕੇ ਕੀ ਦੇਖਿਆ, ਤਾਂ ਗੁਰਮੁਖ ਪਿਆਰਿਓ ਉਹਨੇ ਇੱਕ ਆਪਣਾ ਸਵਈਆ ਲਿਖਿਆ, ਕਾਫੀ ਲਿਖੀ ਹੈ, ਬੁੱਲੇ ਸ਼ਾਹ ਫਕੀਰ ਹੋਇਆ। ਉਹ ਕਹਿੰਦਾ ਇੱਟ ਖੜਕੇ ਦੁੱਕੜ ਵੱਜੇ, ਨਾਲੇ ਤਪਦਾ ਚੁੱਲ੍ਹਾ, ਆਵਣ ਸੰਗਤਾਂ ਛਕ ਛਕ ਜਾਵਣ, ਲੰਗਰ ਵਰਤੇ ਖੁੱਲਾ, ਨਾਲੇ ਮੇਰਾ ਅੱਲਾ ਰਾਜੀ, ਨਾਲੇ ਰਾਜੀ ਬੁੱਲਾ। ਇੱਟ ਖੜਕੇ ਦੁੱਕੜ ਵੱਜੇ, ਦੁੱਕੜੋਂ ਨੇ ਜੋੜੀ ਨੂੰ ਆਖਿਆ, ਤਪਲੇ ਨੂੰ ਆਖਿਆ। ਉਹ ਕਹਿੰਦਾ ਜਦੋਂ ਮੈਂ ਗੁਰਸਿੱਖਾਂ ਦੇ ਗੁਰੂ ਧਾਮ ਤੇ ਗਿਆ, ਉੱਥੇ ਤਪਲਾ ਵੱਜ ਰਿਹਾ ਸੀ, ਕੀਰਤਨ ਹੋ ਰਿਹਾ ਸੀ, ਇੱਕ ਪਾਸੇ ਤਪਲੇ ਦੀ ਟਣਕਾਰ ਆ ਰਹੀ ਸੀ, ਇੱਕ ਪਾਸੇ ਗੁਰੂ ਕਾ ਲੰਗਰ ਵਰਤ ਰਿਹਾ ਸੀ। ਕਹਿੰਦਾ ਮੇਰਾ ਜੀਵਨ ਸਫਲਾ ਹੋ ਗਿਆ। ਇੱਟ ਖੜਕੇ ਦੁੱਕੜ ਵੱਜੇ, ਨਾਲੇ ਤਪਦਾ ਚੁੱਲ੍ਹਾ, ਆਵਣ ਸੰਗਤਾਂ ਛਕ ਛਕ ਜਾਵਣ, ਲੰਗਰ ਵਰਤੇ ਖੁੱਲਾ, ਨਾਲੇ ਮੇਰਾ ਅੱਲਾ ਰਾਜੀ, ਨਾਲੇ ਰਾਜੀ ਬੁੱਲਾ। ਬੁੱਲੇ ਸ਼ਾਹ ਫਕੀਰ ਨੇ ਸਾਡੀ ਧਰਮ ਦੀ ਵਡਿਆਈ ਕੀਤੀ ਆ। ਸੋ ਆਓ ਸਾਰੀਆਂ ਸਿੱਖ ਸੰਗਤਾਂ ਆਦਬ ਸਹਿਤ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਉੱਪਰ ਆਪਣੇ ਮਸਤਕ ਨੂੰ ਝੁਕਾਉਂਦੇ ਹੋਏ ਹਾਜ਼ਰੀਆਂ ਲਵਾਓ, ਆਪਣੇ ਤਨਾਂ ਨੂੰ, ਆਪਣੇ ਮਨਾਂ ਨੂੰ ਪਵਿੱਤਰ ਕਰੋ, ਕਿਉਂਕਿ ਵਾਹਿਗੁਰੂ ਸ਼ਬਦ ਆ ਜਿਹੜਾ ਜਦੋਂ ਅਸੀਂ ਮਨ ਕਰਕੇ ਜਪਦੇ ਆਂ ਸਾਡਾ ਮਨ ਧੋਤਾ ਜਾਂਦਾ ਹੈ। ਮਹਾਰਾਜ ਕਹਿੰਦੇ ਮਨ ਧੋਵੋ, ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ। ਸਤਿਗੁਰੂ ਮਹਾਰਾਜ ਨੇ ਸਦਾ ਹੀ ਸਾਨੂੰ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਉਪਦੇਸ਼ਿਆ, ਤੇ ਸਾਡੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਸਾਡੀਆਂ ਜਿਹੜੀ ਆਤਮਾ ਲਿਬੜੀ ਮੈਲੀ ਹੋਈ ਹੈ ਉਹ ਸ਼ੁੱਧ ਹੋ ਜਾਂਦੀ ਹੈ ਵਾਹਿਗੁਰੂ ਸ਼ਬਦ ਦਾ ਕੀਰਤਨ ਕਰਕੇ, ਨਾਮ ਜਪ ਕੇ। ਸੋ ਆਓ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 500 ਰੁਪਏ ਸਾਡੇ ਛੋਟੇ ਵੀਰ ਜੋ ਸਾਡੇ ਰਿਸ਼ਤੇਦਾਰ ਭਾਈ ਪੰਮ ਸਿੰਘ ਜੀ, ਭਾਈ ਹਰਵੰਸ ਸਿੰਘ ਜੀ ਕੈਨੇਡਾ ਵਾਲੇ, ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਸਾਰੇ ਪਰਿਵਾਰ ਵੱਲੋਂ 500 ਰੁਪਈਆ, 100 ਰੁਪਈਏ ਹੋਰ ਆਏ ਨੇ। ਧੰਨਵਾਦ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਾਡੀ ਭੈਣ ਬਹਿਣੀਵਾਲ ਤੋਂ ਕਰਮਜੀਤ ਕੌਰ ਜਿਹੜੇ ਤੁਹਾਡੇ ਨਗਰ ਦੇ ਵਿੱਚ ਇੱਥੇ ਵਿਆਹੇ ਹੋਏ ਨੇ, ਉਹਨਾਂ ਵੱਲੋਂ ਵੀ ਢਾਡੀ ਜਥੇ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਵੀਰਾਂ ਨੂੰ 100 ਰੁਪਈਆ ਭੇਜਿਆ ਗਿਆ। ਧੰਨਵਾਦ ਕਰਦੇ ਆ। ਸੋ ਗੁਰਮੁਖ ਪਿਆਰਿਓ, ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ।
ਹਰਵਿੰਦਰ ਸਿੰਘ ਜੀ 200 ਰੁਪਏ ਢਾਡੀ ਜਥੇ ਦਾ ਮਾਣ ਕਰਕੇ ਗਏ ਹੈ। ਧੰਨਵਾਦ ਹੈ ਜੀ। ਸਤਿਗੁਰੂ ਹਰਮੰਦਾਨ ਫਤਿਹ ਬਖਸ਼ਿਸ਼ ਕਰਨ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਪੜਾਅ ਦਰ ਪੜਾਅ ਲੜੀਵਾਰ ਆਪਾਂ ਸੁਣਨਾ, ਪ੍ਰਚਾਰ ਕਰਨਾ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ। ਪਟਨਾ ਸਾਹਿਬ ਦੀ ਧਰਤੀ ਨੂੰ ਅੱਜ ਆਪਾਂ ਇਤਿਹਾਸ ਦੁਹਰਾਉਣ ਜਾ ਰਹੇ ਹਾਂ। ਜਦੋਂ ਧਰਤੀ ਨੇ ਪੁਕਾਰਾਂ ਕਰੀਆਂ, ਜਦੋਂ ਇਸ ਧਰਤੀ ਦੇ ਉੱਤੇ ਜ਼ੁਲਮ ਦੇ ਝੱਖੜ ਝੁੱਲ ਰਹੇ ਸਨ, ਧਰਤੀ ਪੁਕਾਰਾਂ ਕਰ ਰਹੀ ਹੈ, ਵਾਹਿਗੁਰੂ ਹੁਣ ਮੈਥੋਂ ਇਹ ਜ਼ੁਲਮ ਸਹਾਰਿਆ ਨਹੀਂ ਜਾਂਦਾ, ਮੇਰੇ ਤੇ ਜਰਬਾਣੇ ਲੋਕ ਅਤਿਆਚਾਰ ਕਰ ਰਹੇ ਨੇ, ਹੁਣ ਕਿਰਪਾ ਕਰੋ ਕੋਈ ਮਹਾਨ ਆਤਮਾ ਭੇਜੋ। ਤਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਉਸ ਸਮੇਂ ਨੂੰ ਦੇਖ ਕੇ ਵਾਰ ਲਿਖੀ ਹੈ। ਉਦੋਂ ਕਿਹੋ ਜਿਹਾ ਸਮਾਂ ਸੀ। ਕੱਲ ਆਈ ਕੁੱਤੇ ਮੂਹੀ ਖਾਜ ਹੋਇਆ ਮਰਦਾਰ ਗਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰਠ ਘਰੀ ਤਨਾੜੇ ਜਾਈ, ਇਸਤਰੀ ਪੁਰਖਾ ਦਾਮਤ ਭਾਵੇਂ ਆਏ ਕਥਾਊ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਵਰਤਿਆ ਪਾਪ ਸਭ ਸਜਗ ਮਾਹੀ। ਫਿਰ ਮਾਂ ਚੁਣੀ ਅਕਾਲ ਪੁਰਖ ਵਾਹਿਗੁਰੂ ਨੇ ਕਿ ਦੁਨੀਆ ਦੇ ਉੱਤੇ ਇਸ ਧਰਤੀ ਦੇ ਉੱਤੇ ਕਿਹੜੀ ਮਾਂ ਬੰਦਗੀ ਵਾਲੀ ਸਿਮਰਨ ਕਰਨ ਵਾਲੀ ਮਾਂ ਹੋਵੇ ਜਿਹਦੇ ਕੁੱਖੋਂ ਇਹ ਕੋਈ ਸੂਰਵੀਰ ਯੋਧਾ ਪੁੱਤਰ ਜਨਮ ਲਵੇ। ਤਾਂ ਗੁਰਮੁਖ ਪਿਆਰਿਓ ਦੇਖਿਓ ਇਤਿਹਾਸ ਪੜ੍ਹ ਕੇ, ਬਾਬਾ ਦੀਪ ਸਿੰਘ ਵਰਗਿਆਂ ਦਾ ਇਤਿਹਾਸ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਆਂ, ਜਦੋਂ ਉਹਨਾਂ ਦੇ ਇਤਿਹਾਸ ਦਾ ਪਿਛੋਕੜ ਦੇਖਦੇ ਆਂ, ਤਾਂ ਉਹਨਾਂ ਦੀ ਮਾਤਾ ਜੀ ਦਾ ਜੀਵਨ ਦੇਖਦੇ ਆਂ। ਸਾਰਾ ਦਿਨ ਦਾ ਸਿਮਰਨ, 8-8 ਘੰਟੇ ਚੌਂਕੜੇ ਮਾਰ ਕੇ ਸਿਮਰਨ ਕਰਨਾ, ਉਹ ਭਾਗਾਂ ਵਾਲੀਆਂ ਮਾਵਾਂ ਫਿਰ ਸੂਰਮਿਆਂ ਨੂੰ ਜਨਮ ਦਿੰਦੀਆਂ। ਇੱਧਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਹੇਮਕੁੰਟ ਪਰਬਤ ਹੈ ਜਹਾਂ ਸਬਤ ਸਰੰਗ ਸੋਭਤ ਹੈ ਤਹਾਂ, ਸੱਤਾਂ ਚੋਟੀਆਂ ਦੇ ਵਿਚਾਲੇ ਜਿਨ੍ਹਾਂ ਨੂੰ ਹਜ਼ਾਰਾਂ ਸਾਲ ਹੋ ਗਏ ਸੀ ਤਪ ਕਰਦਿਆਂ ਨੂੰ, ਇਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ ਤੁਸੀਂ ਜਾਓ। ਇਹਨਾਂ ਦਾ ਨਾਂ ਸੀ ਦੁਸ਼ਟ ਦਮਨ। ਜਾ ਕੇ ਧਰਤੀ ਨੂੰ ਭਾਗ ਲਾਓ, ਜ਼ੁਲਮ ਦਾ ਅਤਿਆਚਾਰ ਦਾ ਨਾਸ ਕਰੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਪੁਰਬ ਗੁਰਮੁਖ ਪਿਆਰਿਓ ਪਟਨਾ ਸਾਹਿਬ ਦੀ ਧਰਤੀ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ 1666 ਈਸਵੀ ਨੂੰ ਹੋਇਆ। ਪਟਨਾ ਸਾਹਿਬ ਨੂੰ ਜਿਵੇਂ ਤੁਸੀਂ ਅੱਜ ਨਗਰ ਜੋਧਾ ਨੂੰ ਸ਼ਿੰਗਾਰਿਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ ਹੈ, ਇਸੇ ਤਰ੍ਹਾਂ ਬੜੀ ਸ਼ਾਨੋ ਸ਼ੌਕਤ ਦੇ ਨਾਲ ਪਟਨਾ ਸਾਹਿਬ ਨੂੰ ਸ਼ਿੰਗਾਰਿਆ ਗਿਆ। ਚਾਰ ਚੁਫੇਰੇ ਫੁੱਲਾਂ ਦੀ ਵਰਖਾ ਹੋ ਰਹੀ ਹੈ, ਕੋਲਾ ਬਾਗਾਂ ਦੇ ਵਿੱਚ ਮਿੱਠੇ ਮਿੱਠੇ ਗੀਤ ਗਾ ਰਹੀਆਂ ਨੇ, ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਬਹੁਤ ਵੱਡੀ ਭੀੜ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿਤਾ ਸੀ ਸਨ ਗੋਬਿੰਦ ਰਾਏ ਜੀ ਦੇ, ਉਹਨਾਂ ਦੇ ਦਰ ਤੇ ਡਿਉਢੀ ਅੱਗੇ ਬਹੁਤ ਵੱਡੀ ਭੀੜ ਲੱਗੀ ਹੋਈ ਹੈ ਸੰਗਤਾਂ ਦੀ। ਜਿਵੇਂ ਪਟਨਾ ਸਾਹਿਬ ਨੂੰ ਰਸ਼ਨਾਇਆ ਗਿਆ, ਪਟਨਾ ਸਾਹਿਬ ਦੇ ਵਿੱਚ ਚਾਰ ਚੰਨ ਖੁਸ਼ੀਆਂ ਨੂੰ ਇਉਂ ਲੱਗੇ ਬਈ। ਹੋ ਉਹ ਸੋਲੇ ਪਾਰੀਆਂ ਨਗਾਏ ਫੁੱਲ ਅੰਬਰੋਂ ਬਰਾਏ, ਸੋਲੇ ਪਾਰੀਆਂ ਨਗਾਏ ਫੁੱਲ ਅੰਬਰੋਂ ਬਰਾਏ, ਹੋਈਆਂ ਪਟਨੇ ਸ਼ਹਿਰ ਰਚਣਾਈਆਂ, ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ, ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ। ਅੱਜ ਸੰਸਾਰ ਵਿੱਚ ਰੱਬੀ ਜੋਤ ਆ ਗਈ, ਖੁਸ਼ੀਆਂ ਦੀ ਲਹਿਰ ਕੋਈ ਬੱਕਰੀ ਛਾ ਗਈ। ਅੱਜ ਸੰਸਾਰ ਵਿੱਚ ਰੱਬੀ ਜੋਤ ਆ ਗਈ, ਖੁਸ਼ੀਆਂ ਦੀ ਲਹਿਰ ਕੋਈ ਬੱਕਰੀ ਛਾ ਗਈ। ਉਹ ਮੈਂ ਕਪੌਰਾ ਅੱਜ ਨਵੀਆਂ ਕਢਾਈਆਂ, ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ, ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ। ਰੱਬ ਕਰ
ਲਿਆ ਅੱਜ ਰੱਬ ਅਵਤਾਰੀਏ ਜੀ ਦੀ ਇੱਕ ਦੀਦ ਦਾ ਭੁੱਖਾ ਸੰਸਾਰੇ ਰੱਬ ਕਰ ਲਿਆ ਅੱਜ ਰੱਬ ਅਵਤਾਰੇ ਜੀ ਦੀ ਇੱਕ ਦੀਦ ਦਾ ਭੁੱਖਾ ਸੰਸਾਰੇ ਦੇਵੀ ਦੇਵਤਿਆਂ ਨੇ ਖੁਸ਼ੀਆਂ ਮਨਾਈਆਂ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਉਹ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਬਾਬਾ ਜੀ ਦੇ ਕੀਤੇ ਅੱਜ ਪੂਰੇ ਵਕ ਹੋ ਗਏ ਵਿਸ਼ਨੂੰ ਮਹੇਸ਼ ਤੇਲ ਬੂਹੇ ਉੱਤੇ ਚੋ ਗਏ ਬਾਬਾ ਜੀ ਦੇ ਕੀਤੇ ਅੱਜ ਪੂਰੇ ਵਕ ਹੋ ਗਏ ਵਿਸ਼ਨੂੰ ਮਹੇਸ਼ ਤੇਲ ਬੂਹੇ ਉੱਤੇ ਚੋ ਗਏ ਓਏ ਅੱਜ ਪਰੀਆਂ ਨਾ ਦਿਲ 'ਚ ਸਮਾਈਆਂ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਬਾਬੀਆਂ ਨੇ ਰਾਗ ਰੱਬੀ ਸਾਜਦੇ ਸੰਗਤਾਂ ਨੇ ਸੋਲੇ ਅੱਜ ਗਾਏ ਤੇ ਨਮਾਜ਼ਦੇ ਛੇੜ ਤੇਰੇ ਬਾਬੀਆਂ ਨੇ ਰਾਗ ਰੱਬੀ ਸਾਜਦੇ ਉਹ ਜਾਨ ਖੁਸ਼ੀਆਂ ਨਾ ਦਿਲ 'ਚ ਸਮਾਈਆਂ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਪਰਿਤਾਂ ਦਾ ਕੋਈ ਪਹਿਰੇਦਾਰ ਆ ਰਿਹਾ ਉਹ ਵਧੀ ਵੇੜ ਭੀੜ ਚਾਲੀ ਬੈਠ ਕੋਈ ਗਾ ਰਿਹਾ ਪਾਰਸ ਪਰਿਤਾਂ ਦਾ ਕੋਈ ਪਹਿਰੇਦਾਰ ਆ ਰਿਹਾ ਜਿਹਦੇ ਦਰ ਤੇ ਚੁਗਣ ਬਾਦਸ਼ਾਹੀਆਂ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਉਹ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਮਾਤਾ ਗੁਜਰੀ ਨੂੰ ਦੇਵੋ ਜੀ ਵਧਾਈਆਂ ਮਾਤਾ ਗੁਜਰ ਕੌਰ ਜੀ ਨੂੰ ਵਧਾਈਆਂ ਦੇਣ ਵਾਸਤੇ ਬੜੀ ਭੀੜ ਲੱਗੀ ਹੋਈ ਹੈ ਪ੍ਰਧਾਨ ਸਾਹਿਬ ਅਵਤਾਰ ਸਿੰਘ ਜੀ ਜਿਨ੍ਹਾਂ ਵੱਲੋਂ ਢਾਡੀ ਜਥੇ ਨੂੰ 200 ਰੁਪਇਆ ਭੇਜਿਆ ਗਿਆ ਵਾਹਿਗੁਰੂ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨ ਬੇਅੰਤ ਸਿੰਘ ਸਨ ਆਫ ਉਜਾਗਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਬਹੁਤ ਸਾਰਾ ਮਾਣ ਭੇਜਿਆ ਗਿਆ ਹੈ ਧੰਨਵਾਦ ਹੈ ਜੀ ਸਰਦਾਰ ਬਲਦੇਵ ਸਿੰਘ ਸਨ ਆਫ ਗੁਰਦਿਆਲ ਸਿੰਘ ਉਹਨਾਂ ਵੱਲੋਂ 100 ਰੁਪਇਆ ਭੇਜਿਆ ਗਿਆ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਸੋ ਗੁਰਮੁਖ ਪਿਆਰਿਓ ਪਟਨਾ ਸਾਹਿਬ ਦੀ ਧਰਤੀ ਹੈ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਇੱਥੇ ਕੋਈ ਕਾਰਨ ਸੀ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਪਤਾ ਲੱਗਦਾ ਹੈ ਵੀ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ ਉਹਦਾ ਕਾਰਨ ਸੀ ਇਹ ਇਤਿਹਾਸ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਜੀ ਨੂੰ ਨਾਲ ਲੈ ਕੇ ਇਸ ਸਥਾਨ ਤੇ ਗਏ ਸੀ ਇੱਥੇ ਮਰਦਾਨੇ ਜੀ ਨੂੰ ਜਦੋਂ ਭੁੱਖ ਲੱਗੀ ਤੇ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਬੜੀ ਭੁੱਖ ਲੱਗੀ ਹੈ ਕਿਰਪਾ ਕਰੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਇੱਕ ਪੱਥਰ ਸੀ ਹੀਰਾ ਸੀ ਸਤਿਗੁਰੂ ਮਹਾਰਾਜ ਨੇ ਆਪਣੇ ਚਰਨਾਂ ਦਾ ਅੰਗੂਠਾ ਲਾ ਕੇ ਆਖਿਆ ਕਹਿੰਦੇ ਆ ਪੱਥਰ ਨੂੰ ਚੁੱਕ ਲੈ ਸਤਿਗੁਰੂ ਮਹਾਰਾਜ ਨੇ ਪੱਥਰ ਸ਼ਬਦ ਉਚਾਰਿਆ ਕਹਿੰਦੇ ਇੱਥੇ ਕੋਈ ਨੇੜੇ ਬਾਜ਼ਾਰ ਹੋਣਾ ਬਾਜ਼ਾਰ ਦੇ ਵਿੱਚ ਵੇਚ ਕੇ ਤੂੰ ਆਪਣਾ ਪੇਟ ਭਰ ਸਕਦਾ ਭੁੱਖ ਤੋਂ ਤ੍ਰਿਪਤ ਹੋ ਸਕਦਾ ਤੇ ਭਾਈ ਮਰਦਾਨਾ ਜੀ ਗਏ ਜਦੋਂ ਭਾਈ ਮਰਦਾਨਾ ਜੀ ਨੇ ਕਿਸੇ ਨੇ ਉਹਦਾ 4 ਮੂਲੀਆਂ ਮੁੱਲ ਪਾਇਆ ਇਤਿਹਾਸਕਾਰਾਂ ਨੇ ਲਿਖਿਆ ਕਿਸੇ ਨੇ 2 ਮੀਟਰ ਕੱਪੜਾ ਉਹਦਾ ਮੁੱਲ ਪਾਇਆ ਤੇ ਇੱਕ ਸਾਲਸਰਾਏ ਜੌਹਰੀ ਸੀ ਜੌਹਰੀ ਸਾਲਸਰਾਏ ਜਦੋਂ ਉਹਦੇ ਕੋਲ ਗਏ ਭਾਈ ਮਰਦਾਨਾ ਜੀ ਲੈ ਕੇ ਉਹ ਹੀਰਿਆਂ ਦਾ ਵਪਾਰ ਕਰਿਆ ਕਰਦਾ ਸੀ
ਉਹਨੇ ਉਹ ਹੀਰੇ ਨੂੰ, ਉਹ ਪੱਥਰ ਨੂੰ ਜਦੋਂ ਹੱਥ ਵਿੱਚ ਫੜਿਆ ਤਾਂ ਗੁਰਮੁਖ ਪਿਆਰਿਓ 100 ਰੁਪਈਆ ਕੱਢਿਆ ਜੇਬ ਦੇ ਵਿੱਚੋਂ ਤੇ ਭਾਈ ਮਰਦਾਨੇ ਨੂੰ ਫੜਾਇਆ ਤੇ ਪੁੱਛਿਆ, ਕਹਿੰਦੇ ਹੀਰਾ ਕਿੱਥੋਂ ਲਿਆਂਦਾ ਹੈ? ਤਾਂ ਗੁਰਮੁਖ ਪਿਆਰਿਓ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵਡਿਆਈ ਕੀਤੀ ਭਾਈ ਮਰਦਾਨੇ ਜੀ ਨੇ। ਕਹਿੰਦੇ ਜੌਹਰੀ ਸਾਹਿਬ ਸਾਲਸਰਾਏ ਜੀ, ਇਹੋ ਜਿਹੇ ਕਰੋੜਾਂ ਹੀਰੇ ਮੇਰੇ ਗੁਰੂ ਦੇ ਚਰਨਾਂ ਵਿੱਚ ਰੁਲਦੇ ਫਿਰਦੇ ਆ, ਤੁਸੀਂ ਪੁੱਛ ਰਹੇ ਹੋ ਕਿੱਥੇ ਲਿਆਂਦਾ ਹੈ? ਕਹਿੰਦਾ ਭਗਤਾ ਮੈਂ ਉਸ ਗੁਰੂ ਦੇ ਤੇਰੇ ਦੇ ਦਰਸ਼ਨ ਕਰਨੇ ਆ ਜਿੱਥੋਂ ਇਹ ਹੀਰਾ ਲਿਆਂਦਾ ਹੈ, ਤੂੰ ਮੈਨੂੰ ਨਾਲ ਲੈ ਕੇ ਚੱਲ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲੇ ਆਇਆ, ਸੇਵਾ ਕੀਤੀ, ਆਪਣੇ ਘਰ ਲੈ ਗਿਆ ਸਾਲਸਰਾਏ ਜੌਹਰੀ ਗੁਰੂ ਨਾਨਕ ਪਾਤਸ਼ਾਹ ਨੂੰ। ਜਦੋਂ ਵੇਖਿਆ ਵੀ ਗੁਰੂ ਮਿਲ ਗਏ, ਦਰਸ਼ਨ ਪਰਸਿਆ, ਗੁਰੂ ਕਹੇ ਜਨਮ ਮਰਨ ਦੁੱਖ ਜਾਏ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਪਰਸੇ, ਜਨਮ ਮਰਨ ਦੇ ਦੁੱਖ ਕੱਟੇ ਗਏ, ਆਪਣੇ ਘਰ ਲੈ ਗਿਆ। ਜਦੋਂ ਘਰੇ ਲੈ ਕੇ ਗਿਆ ਉੱਥੇ ਬੜੀ ਸੇਵਾ ਕੀਤੀ ਸਤਿਗੁਰੂ ਪਾਤਸ਼ਾਹ ਜੀ ਦੀ। ਮਹਾਰਾਜ ਮੈਂ ਹੀਰਿਆਂ ਦਾ ਵਪਾਰੀ ਆ, ਮੈਂ ਅੱਜ ਤੱਕ ਕੋਈ ਇਹੋ ਜਿਹਾ ਹੀਰਾ ਨਹੀਂ ਦੇਖਿਆ। ਆ ਜਿਹੜਾ ਹੀਰਾ ਤੁਸੀਂ ਦਿੱਤਾ ਭਾਈ ਮਰਦਾਨੇ ਨੂੰ ਲੰਗਰ ਛਕਣ ਵਾਸਤੇ, ਤਾਂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਮੋਹ ਧੋ ਕੇ ਬੜੀ ਸੇਵਾ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ 1 ਮਹੀਨਾ ਰਹੇ, ਉਦੋਂ ਇਹ ਜਿਹੜਾ ਪਟਨਾ ਸਾਹਿਬ ਸੀ ਇਹਦੇ 3 ਨਾਮ ਇਤਿਹਾਸ ਦੇ ਵਿੱਚ ਆਉਂਦੇ ਆ। 3 ਨਾਮ, ਇਸ ਤੋਂ ਪਹਿਲਾਂ 2 ਨਾਮ ਹੋਏ ਨੇ। ਇਹਦਾ ਨਾਂ ਸੋਦਰਾ ਵੀ ਸੀ, ਇਹ ਲੱਕੜ ਦੀ ਦੀਵਾਰ ਨਾਲ ਘਿਰਿਆ ਹੋਇਆ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਆ 250 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਆਉਣ ਤੋਂ, ਇਹਦਾ 100 ਦਰਵਾਜ਼ਾ ਸੀ। ਹੁਣ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮੁਬਾਰਕ ਚਰਨ ਇਹਦੇ ਘਰ ਵਿੱਚ ਪਾਏ ਸਾਲਸਰਾਏ ਜੌਹਰੀ ਦੇ। ਸਤਿਗੁਰੂ ਮਹਾਰਾਜ ਤੁਰਨ ਲੱਗਦੇ ਆ, ਫੇਰ ਅੱਗੇ ਹੋ ਜਾਂਦਾ ਸਾਲਸਰਾਏ ਜੌਹਰੀ, ਮਹਾਰਾਜ ਅਜੇ ਨਾ ਜਾਇਓ। ਉੱਥੇ ਕੀਰਤਨ ਹੋਣ ਲੱਗ ਪਿਆ, ਭਾਈ ਮਰਦਾਨਾ ਜੀ ਰਵਾਹ ਵਜਾਇਆ ਕਰਨ, ਸੰਗਤਾਂ ਇਕੱਠੀਆਂ ਹੋਣ ਲੱਗ ਪਈਆਂ। ਮਹੀਨਾ ਠਹਿਰੇ, ਜਦੋਂ ਆਖਰਕਾਰ ਸਤਿਗੁਰੂ ਮਹਾਰਾਜ ਤੁਰਨ ਲੱਗੇ, ਕਹਿੰਦਾ ਮਹਾਰਾਜ ਨਾ ਜਾਇਓ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ ਸਾਲਸਰਾਏ ਜੌਹਰੀ ਨੂੰ, ਕਹਿੰਦੇ ਫਿਕਰ ਨਾ ਕਰ, ਕਹਿੰਦੇ ਐਸੇ ਹੀ ਤੇਰੇ ਘਰ ਦੇ ਵਿੱਚ ਪਟਨਾ ਸਾਹਿਬ ਵਿਖੇ ਇਹਦਾ ਨਾਮ ਹੋਵੇਗਾ। ਅਸੀਂ 10ਵਾਂ ਅਵਤਾਰ, ਸਾਡਾ 10ਵਾਂ ਜਾਮਾ, ਸਾਡਾ 10ਵਾਂ ਆਗਮਨ ਆ ਤੇਰੇ ਘਰ ਦੇ ਵਿੱਚ ਹੀ ਹੋਊਗਾ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਸੀ। ਸੋ ਗੁਰਮੁਖ ਪਿਆਰਿਓ, ਇਹ ਕੋਈ ਕਾਰਨ ਸੀ। ਇੱਥੇ ਹੋਰ ਵੀ ਇਤਿਹਾਸ ਪੜ੍ਹੇ ਤੋਂ ਪਤਾ ਲੱਗਦਾ ਹੈ, ਦੇਵੀ ਦੇਵਤਿਆਂ ਨੇ ਬਹੁਤ ਚਰਨ ਪਾਏ ਆ ਇਸ ਧਰਤੀ ਦੇ ਉੱਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੋਇਆ। ਭੀਖਣ ਸ਼ਾਹ ਫਕੀਰ ਮੁਸਲਮਾਨ, ਠਸਕੇ ਦੇ ਰਹਿਣ ਵਾਲਾ, ਅੱਜ ਅਸੀਂ ਦਰਸ਼ਨ ਕਰਨ ਵਾਸਤੇ ਆਏ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਦਰਸ਼ਨਾਂ ਦੇ ਵਿੱਚ ਬਹੁਤ ਵੱਡੀ ਕਿਰਪਾ ਹੈ। ਇਸ ਚੌਕ ਦੇ ਵਿੱਚ ਤੁਸੀਂ ਅੱਗੇ ਵੀ ਲੰਘਦੇ ਹੋਵੋਗੇ, ਕਦੇ ਇੰਨੀ ਡੈਕੋਰੇਸ਼ਨ, ਇੰਨੀ ਸਜਾਵਟ, ਇਹੋ ਜਿਹਾ ਆਨੰਦ ਆਪਾਂ ਮੋਟਰਸਾਈਕਲਾਂ ਤੇ ਲੰਘ ਜਾਂਦੇ ਆ, ਪਰ ਅੱਜ ਕਿਉਂ ਹੈ? ਕਿਉਂਕਿ ਮਹਾਰਾਜ ਕਹਿੰਦੇ ਨਾ, ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ, ਭੈ ਵਿੱਚ ਪਵਨ ਵਾਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਚੰਦ, ਭੈ ਵਿੱਚ ਸੂਰ। ਸਤਿਗੁਰੂ ਮਹਾਰਾਜ ਕਹਿੰਦੇ ਭੈ ਵਿੱਚ ਧਰਤੀ ਦੱਬੀ ਭਾਰ। ਸਤਿਗੁਰੂ ਮਹਾਰਾਜ ਕਹਿੰਦੇ ਧਰਤੀ ਵੀ ਭੈ 'ਚ ਹੈ। ਅੱਜ ਅਸੀਂ ਇੱਥੇ ਜਿਹੜਾ ਚੌਕ ਦੇ ਵਿੱਚ ਖੜੇ ਆ, ਅੱਜ ਅਸੀਂ ਕਿਸੇ ਦੇ ਭੈ 'ਚ ਖੜੇ ਆ। ਇੱਕ ਭੈ, ਇੱਕ ਭਉ। ਭਉ ਕਹਿੰਦੇ ਨੇ ਪਿਆਰ ਨੂੰ, ਗੁਰੂ ਦੇ ਪਿਆਰ ਵਿੱਚ। ਇੱਕ ਭੈ, ਸਤਿਗੁਰੂ ਮਹਾਰਾਜ ਤੋਂ ਡਰ ਕੇ ਸੇਵਾ ਹੋ ਰਹੀ ਹੈ ਵੀ ਕੋਈ ਗਲਤੀ ਨਾ ਹੋ ਜਾਵੇ, ਕੋਈ ਸਾਥੋਂ ਸੂਖਮ ਗਲਤੀ ਨਾ ਹੋ ਜਾਵੇ। ਅੱਜ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਤਾਪ ਹੈ। ਦੇਖੋ, ਜਿੱਥੇ ਵੀ ਸਤਿਗੁਰੂ ਮਹਾਰਾਜ ਗਏ ਐਂ ਜੰਗਲਾਂ ਵਿੱਚ ਮੰਗਣ ਲੱਗੇ। ਹੋਰ ਗੁਰਮੁਖ ਪਿਆਰਿਆਂ ਵੱਲੋਂ 500 ਰੁਪਈਆ ਢਾਡੀ ਜਥੇ ਨੂੰ ਇਨਾਮ ਭੇਜਿਆ। ਸਤਿਗੁਰੂ ਚੜ੍ਹਦੀ ਕਲਾ ਹਰਮਦਾਨ ਫਤਿਹ ਬਖਸ਼ਿਸ਼ ਕਰਨ। ਭੀਖਣ ਸ਼ਾਹ ਫਕੀਰ ਮੁਸਲਮਾਨ, ਉਹ ਠਸਕੇ ਦੇ ਰਹਿਣ ਵਾਲਾ, ਅੱਜ ਪਟਨਾ ਸਾਹਿਬ ਦੀ ਧਰਤੀ ਵੱਲ ਨੂੰ ਸਿਜਦੇ ਕਰ ਰਿਹਾ ਹੈ। ਅੱਜ ਨਵਾਜ਼ ਪੜ੍ਹ ਰਿਹਾ, ਉਧਰ ਨੂੰ ਆਪਣਾ ਮੁਖ ਕਰਕੇ, ਮੂੰਹ ਕਰਕੇ। ਇਹਦੇ ਮਰੀਦ ਪੁੱਛਦੇ ਆ, ਕਹਿੰਦੇ ਪੀਰ ਜੀ ਅੱਜ ਉਲਟ ਦਿਸ਼ਾ ਨੂੰ, ਇਹ ਸ਼ਰ੍ਹਾ ਤੋਂ ਉਲਟ ਹੈ। ਤਾਂ ਪੀਰ ਜੀ ਕਹਿਣ ਲੱਗੇ, ਜਿਹੜੇ ਖੁਦਾ ਦੇ ਚਰਨਾਂ ਵਿੱਚ ਮੈਂ ਰੋਜ਼ ਜੋਦੜੀਆਂ ਕਰਦਾ ਸੀ, ਨਵਾਜ਼ਾਂ ਪੜ੍ਹਦਾ ਸੀ, ਅੱਜ ਉਹ ਖੁਦਾ ਇਸ ਬੰਨੇ ਇਹ ਧਰਤੀ ਦੇ ਉੱਤੇ ਚੱਲ ਕੇ ਆ ਗਿਆ। ਤਾਂ ਫਿਰ ਕਹਿੰਦੇ ਖੁਦਾ ਦੇ ਦਰਸ਼ਨ ਕਰਨੇ ਚਾਹੀਦੇ ਆ। ਪੀਰ ਜੀ ਨੇ ਆਪਣੇ ਨਾਲ ਆਪਣੇ ਮਰੀਦਾਂ ਨੂੰ, ਆਪਣੇ ਚੇਲਿਆਂ ਨੂੰ ਨਾਲ ਲਿਆ, ਜੋੜਾ ਉਤਾਰ ਦਿੱਤਾ, ਜੁੱਤੀ ਉਤਾਰ ਦਿੱਤੀ, ਨੰਗੇ ਪੈਰੀ ਭੁੱਖਣ ਭਾਣਾ ਜਮਨਾ ਤੋਂ ਪਾਰ, ਜੰਗਲਾਂ ਬੇਲਿਆਂ ਟਿੱਬਿਆਂ ਵਿੱਚ ਦੀ ਹੁੰਦਾ ਹੋਇਆ ਆਪਣੇ ਚੋੜਵੇਂ ਮਰੀਦਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚਿਆ। ਅੱਜ ਜਿਵੇਂ ਗੁਰਦੁਆਰਾ ਸਾਹਿਬ ਦੀ ਡਿਊਟੀ ਹੈ, ਇਸੇ ਤਰ੍ਹਾਂ ਸੰਗਤਾਂ ਦੀ ਭੀੜ ਲੱਗੀ ਹੋਈ ਹੈ। ਦਰਸ਼ਨ ਕਰਨ ਵਾਸਤੇ ਸੰਗਤਾਂ ਜੁੜੀਆਂ ਹੋਈਆਂ, ਮਠਿਆਈਆਂ ਵਰਤ ਰਹੀਆਂ। ਮਾਮਾ ਕਿਰਪਾਲ ਚੰਦ ਜੀ ਧਨ ਵਰਤਾ ਰਹੇ ਨੇ, ਗਰੀਬਾਂ ਨੂੰ ਕੱਪੜਾ ਦਾਨ ਕੀਤਾ ਜਾ ਰਿਹਾ ਹੈ। ਇਹ ਭੀਖਣ ਸ਼ਾਹ ਫਕੀਰ ਚੌਕੜਾ ਮਾਰ ਕੇ ਡਿਊਟੀ ਦੇ ਅੱਗੇ ਮਰੀਦਾਂ ਨੂੰ ਨਾਲ ਲੈ ਕੇ
ਜਿਵੇਂ ਸ਼ਰਧਾ ਧਾਰ ਕੇ ਬੈਠਾ ਦਰਸ਼ਨਾਂ ਦੀ ਤਾਂਘ ਕਰਦਾ ਹੈ, ਉਸ ਵੇਲੇ ਦਾ ਵਰਣਨ ਹਾਕਮ ਸਿੰਘ ਬਹਿਣੀਵਾਲ ਦਾ ਢਾਡੀ ਜੱਥਾ ਹੈ ਇਉਂ ਬਿਆਨ ਕਰਦਾ ਬਈ। ਓ ਪੀਖ ਵਿਛਾ ਕੇ ਸੁਣਾ ਕੇ ਡਿਉੜੀ ਵੱਲ ਸੀਸ ਚਕਾ ਕੇ, ਪੀਖ ਵਿਛਾ ਕੇ ਸੁਣਾ ਕੇ ਡਿਉੜੀ ਵੱਲ ਸੀਸ ਚਕਾ ਕੇ, ਐਵੇਂ ਨਹੀਂ ਮੁੜ ਕੇ ਜਾਣਾ ਜਾਊਂਗਾ ਦਰਸ਼ਨ ਪਾ ਕੇ, ਐਵੇਂ ਨਹੀਂ ਮੁੜ ਕੇ ਜਾਣਾ ਜਾਊਂਗਾ ਦਰਸ਼ਨ ਪਾ ਕੇ। ਅਰਸ਼ੀ ਅਮੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ, ਪੀਰਾਂ ਦੇ ਪੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ। ਰਸ਼ਨਾਇਆ ਪਟਨਾ ਸਾਰਾ, ਤੱਕਿਆ ਮੈਂ ਅੱਜ ਨਜ਼ਾਰਾ ਰਸ਼ਨਾਇਆ ਪਟਨਾ ਸਾਰਾ। ਦੇਖਣ ਲਈ ਰੂਪ ਖੁਦਾ ਦਾ ਆ ਗਿਆ ਲਸ਼ਕਰ ਭਾਰਾ, ਦੇਖਣ ਲਈ ਰੂਪ ਖੁਦਾ ਦਾ ਆ ਗਿਆ ਲਸ਼ਕਰ ਭਾਰਾ। ਬਾਟਾਂ ਨੂੰ ਚੀਰਦਾ ਦਰਸ਼ਨ ਕਰਵਾ ਦਿਓ ਮੈਨੂੰ, ਪੀਰਾਂ ਦੇ ਪੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ। ਚੁੱਕੀ ਗਈ ਸੰਗ ਅੰਦਰੋਂ, ਉੱਠੀ ਆ ਮੰਗ ਅੰਦਰੋਂ ਚੁੱਕੀ ਗਈ ਸੰਗ ਅੰਦਰੋਂ। ਉਹ ਮਜਮਾਂ ਦੇ ਮੁੱਕ ਗਏ ਝੇੜੇ ਚੜ ਗਿਆ ਕੋਈ ਰੰਗ ਅੰਦਰੋਂ, ਮਜਮਾਂ ਦੇ ਮੁੱਕ ਗਏ ਝੇੜੇ ਚੜ ਗਿਆ ਕੋਈ ਰੰਗ ਅੰਦਰੋਂ। ਰੱਬੀ ਤਸਵੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ, ਪੀਰਾਂ ਦੇ ਪੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ। ਜੋਤ ਨਰਾਲੀ ਦਰ ਤੇ ਆ ਖੜੇ ਸਵਾਲੀ, ਤੱਕਣ ਲਈ ਜੋਤ ਨਰਾਲੀ ਦਰ ਤੇ ਆ ਖੜਾ ਸਵਾਲੀ। ਝੋਲੀ ਵਿੱਚ ਖੈਰ ਪਾ ਦਿਓ ਪੱਲਾ ਨਾ ਰਹਿ ਜੇ ਖਾਲੀ, ਝੋਲੀ ਵਿੱਚ ਖੈਰ ਪਾ ਦਿਓ ਪੱਲਾ ਨਾ ਰਹਿ ਜੇ ਖਾਲੀ। ਪੀਖਣ ਫਕੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ, ਪੀਰਾਂ ਦੇ ਪੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ। ਬਣ ਗਿਆ ਸਹਾਰਾ, ਅੱਲਾ ਦਾ ਨੂਰ ਪਿਆਰਾ ਦਿਲ ਦਾ ਬਣ ਗਿਆ ਸਹਾਰਾ। ਮੈਂ ਨਾ ਚੱਲ ਸਕਾਂ ਜਦਾਈਆਂ ਨੈਣਾ ਚੋਂ ਪਵੇ ਪਹਾਰਾ, ਮੈਂ ਨਾ ਚੱਲ ਸਕਾਂ ਜਦਾਈਆਂ ਨੈਣਾ ਚੋਂ ਪਵੇ ਪਹਾਰਾ। ਬਰਹੋਂਦੇ ਨੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ, ਪੀਰਾਂ ਦੇ ਪੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ। बरस है करना जरूर दर्श है, मुख तेरा नूर बरस है करना जरूर दर्श है। जिम्मा ते बैड़ी वाल भी दीद नू रहे तरस है, जिम्मे ते बैड़ी वाल भी दीद नू रहे तरस है। हाड़ा बलबीर दा दर्शन करवा दिओ मैनू, पीरां दे पीर दा दर्शन करवा दिओ मैनू, पीरां दे पीर दा दर्शन करवा दिओ मैनू। तेरे जिहा ना जग ते होर कोई कीतियां तैं कुर्बानियां भारियां ने, मेरे मालका तेरियां तू जाने, खेडां खेडियां जग तो नियारियां ने।
ਜਿਹਨੂੰ ਮੰਗਿਆ ਉਹਨੂੰ ਹੀ ਵਿਆਹ ਦਿੱਤਾ, ਪਾਈਆਂ ਮੌਤ ਨਾਲ ਰਿਸ਼ਤੇਦਾਰੀਆਂ ਨੇ, ਆਲਮਗੀਰੀਆ ਸਿਰਾਂ ਦੀ ਲੈ ਭੇਟਾ, ਫਿਰ ਬਖਸ਼ੀਆਂ ਸਾਨੂੰ ਸਰਦਾਰੀਆਂ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਦੀਦਾਰ ਕਰਨ ਵਾਸਤੇ ਭੀਖਣ ਸ਼ਾਹ ਫਕੀਰ ਗਿਆ। ਕਿੰਨੇ 100 ਮੀਲ ਦਾ ਪੈਂਡਾ ਤੈਅ ਕਰਕੇ ਪਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ 200 ਰੁਪਈਆ ਢਾਡੀ ਜਥੇ ਨੂੰ ਸਤਿਕਾਰ ਭੇਜਿਆ ਗਿਆ, ਧੰਨਵਾਦ। ਹੋਰ ਸਿੱਖ ਸੰਗਤਾਂ ਵੱਲੋਂ ਬੇਅੰਤ ਕੀਰਤਨ ਭੇਟਾ ਮਾਇਆ ਆਈ ਹੈ। ਵਾਹਿਗੁਰੂ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਭੀਖਣ ਸ਼ਾਹ ਫਕੀਰ ਦਰਸ਼ਨ ਕਰਨ ਵਾਸਤੇ ਚੱਲ ਕੇ ਗਿਆ। ਸੋ ਅੱਜ ਤੁਹਾਡੇ ਨਗਰ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜੁੜੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਕੁਝ ਕੁ ਬੰਦੇ ਐਸੇ ਵੀ ਹੋਣਗੇ ਜਿਹੜੇ ਹੋਣਗੇ ਵੀ ਤੰਦਰੁਸਤ, ਵਧੀਆ ਚੱਲਦੇ ਫਿਰਦੇ, ਪਰ ਉਹਨਾਂ ਦੇ ਮਨ ਵਿੱਚ ਕੋਈ ਨੈਗੇਟਿਵ ਖਿਆਲ ਆ ਗਿਆ ਵੀ ਜਦੋਂ ਗੇਟ ਅੱਗੇ ਮਹਾਰਾਜ ਆਉਣਗੇ ਫਿਰ ਦੀਦਾਰ ਕਰ ਲਵਾਂਗੇ। ਤੇ ਗੁਰਮੁਖ ਪਿਆਰਿਓ, ਭੀਖਣ ਸ਼ਾਹ ਫਕੀਰ ਮੁਸਲਮਾਨ ਦੇਖੋ ਕਿੱਥੋਂ ਚੱਲ ਕੇ ਗਿਆ। ਨੰਗੇ ਪੈਰੀ ਮਰੀਦਾਂ ਨੂੰ ਨਾਲ ਲੈ ਕੇ, ਜੋੜਾ ਤਾਰ ਕੇ, ਕਿੰਨਾ ਲੰਮਾ ਪੰਧ ਮਕਾ ਕੇ, ਫਿਰ ਜਦੋਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਏਡਾ ਵੱਡਾ ਇਰਾਦਾ, ਇੱਛਾ ਧਾਰ ਕੇ ਜਾਂਦੇ ਆ, ਸ਼ਰਧਾ ਧਾਰ ਕੇ ਜਾਂਦੇ ਆ। ਫਿਰ ਭਾਈ ਗੁਰਦਾਸ ਜੀ ਲਿਖਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਅਸੀਂ ਪਿਆਰ ਨਾਲ ਜਾਂਦੇ ਆ, ਪਿਆਰ ਨਾਲ ਸ਼ਰਧਾ ਨਾਲ ਜਾਂਦੇ ਆ, ਫਿਰ ਸਤਿਗੁਰੂ ਮਹਾਰਾਜ ਆਪਣੇ ਸਿੱਖ ਨੂੰ ਇੰਨਾ ਪਿਆਰ ਕਰਦੇ ਆ, ਆਪਣੇ ਆਸਣਾਂ ਤੋਂ ਉੱਠ ਕੇ ਸਤਿਗੁਰੂ ਕੋਟ ਪੈਂਡਾ, ਕਰੋੜਾਂ ਕਦਮਾਂ ਅੱਗੇ ਹੋ ਕੇ ਆਪਣੇ ਸਿੱਖ ਨੂੰ ਪਿਆਰ ਦਿੰਦੇ ਨੇ, ਬੁੱਕਲ ਵਿੱਚ ਲੈਂਦੇ ਨੇ। ਇਹ ਬੈਠਾ 3 ਦਿਨ ਹੋ ਗਏ ਬੈਠੇ ਨੂੰ, ਸਾਧ ਸੰਗਤ ਜੀ 3 ਦਿਨ। ਇਹ ਭੀਖਮ ਸ਼ਾਹ ਫਕੀਰ ਨੂੰ 3 ਦਿਨ ਹੋ ਗਏ ਸੀ ਬੈਠੇ ਨੂੰ। ਇਹ ਕਹਿੰਦਾ ਮੈਂ ਦਰਸ਼ਨ ਕਰਨੇ ਆ। ਤੇ ਮਾਤਾ ਗੁਜਰ ਕੌਰ ਜੀ ਕਹਿ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘਰ ਨਹੀਂ, ਬਾਲਕ ਨੂੰ ਡਿਊਟੀ ਤੋਂ ਬਾਹਰ ਨਹੀਂ ਕਰਨਾ। ਪਰ ਇਹਦੇ ਹੱਟ ਸੱਟ ਨੂੰ ਦੇਖ ਕੇ, ਇਹਦੇ ਜਤ ਸੱਤ ਨੂੰ ਦੇਖ ਕੇ ਦੇਖੋ ਕਿੱਡਾ ਜਪ ਤਪ ਕਮਾਇਆ। ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮ। ਹੁਣ ਆਪਾਂ ਦੇਖੋ ਲੰਗਰ ਵੀ ਛਕਿਆ, ਹਰ ਇੱਕ ਪੜਾਅ ਤੇ ਲੰਗਰ ਚੱਲਦਾ, ਆਪਾਂ ਦਰਸ਼ਨ ਵੀ ਕਰੀ ਜਾਂਦੇ। ਸਤਿਗੁਰੂ ਨੇ ਤਾਂ ਸਾਨੂੰ ਬਹੁਤ ਵੱਡੀਆਂ ਖੁਸ਼ੀਆਂ ਬਖਸ਼ੀਆਂ। ਤੇ ਭੁੱਖਾ ਸੀ, ਕਈ ਦਿਨ ਭੁੱਖਾ ਚੱਲ ਕੇ ਸੈਕਟਰੀ ਸਾਹਿਬ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ, ਸਮਾਂ ਦੇ ਕੇ ਨਵਾਜਦੇ ਆ। ਢਾਡੀ ਜਥੇ ਨੂੰ ਬਹੁਤ ਸਾਰਾ ਮਾਣ ਦੇ ਕੇ ਗਏ ਆ, ਧੰਨਵਾਦ। ਗੁਰੂ ਕਿਰਪਾ ਕਰਨ। ਇਹ ਬੂਹੇ ਦੇ ਅੱਗੇ ਬੈਠਾ ਮਾਮਾ ਕਿਰਪਾਲ ਚੰਦ ਜੀ ਬੜੇ ਵਾਰੀ ਆ ਕੇ ਪੁੱਛਦੇ ਬਾਰ-ਬਾਰ, ਭਗਤ ਜੀ ਪੀਰ ਜੀ ਕੁਝ ਛਕੋ, ਤੁਹਾਨੂੰ ਦਰਸ਼ਨ ਵੀ ਕਰਵਾ ਦਿਆਂਗੇ। ਕਹਿੰਦੇ ਨਹੀਂ, ਉਹਨਾਂ ਚਿਰ ਕੁਝ ਛਕਣਾ ਨਹੀਂ ਜਿੰਨਾ ਚਿਰ ਉਸ ਖੁਦਾ ਦੇ ਅਸੀਂ ਦਰਸ਼ਨ ਨਹੀਂ ਕਰ ਲੈਂਦੇ। ਤੋ ਗੁਰਮੁਖ ਪਿਆਰਿਓ, ਫਿਰ ਸਿਦਕ ਨੂੰ ਦੇਖ ਕੇ ਦੁਨੀਆ ਉਹਨਾਂ ਦੇ ਚਰਨਾਂ ਤੇ ਝੁਕਦੀ ਏ ਜਿਨ੍ਹਾਂ ਜਨਾਂ ਦੇ ਸਾਫ਼ ਬਿਹਾਰ ਹੁੰਦੇ। ਪੈਰਾਂ ਤੇ ਦੁਨੀਆ ਉਹਨਾਂ ਦੇ ਝੁਕਦੀ ਏ ਜਿਨ੍ਹਾਂ ਜਨਾਂ ਦੇ ਸਾਫ਼ ਬਿਹਾਰ ਹੁੰਦੇ। ਉਹ ਪੰਡਤਾਂ ਧੰਨੇ ਤਾਂ ਹੀ ਪੱਥਰ ਫੜਾ ਦਿੱਤਾ, ਉਲਟੇ ਰੱਬ ਦੇ ਵਿੱਚੋਂ ਦੀਦਾਰ ਹੁੰਦੇ। ਬੇਸਿਦਕਿਆਂ ਦੇ ਬੇੜੇ ਡੁੱਬ ਜਾਂਦੇ ਤੇ ਸਿਦਕ ਵਾਲਿਆਂ ਦੇ ਬੇੜੇ ਪਾਰ ਹੁੰਦੇ। ਸਿਦਕ ਰੱਖਣਾ ਪੈਂਦਾ ਹੈ, ਕਮਾਈ ਕਰਨੀ ਪੈਂਦੀ ਹੈ, ਬੰਦਗੀ ਕਰਨੀ ਪੈਂਦੀ ਹੈ, ਫਿਰ ਜਾ ਕੇ ਮਾਹੀ ਦੀ ਮੰਜ਼ਲ ਮਿਲਦੀ ਹੈ। ਫਿਰ ਮਾਮਾ ਕਿਰਪਾਲ ਚੰਦ ਜੀ ਬਾਹਰ ਲੈ ਕੇ ਆਏ, ਹੱਠ ਨੂੰ ਦੇਖ ਕੇ, ਸਿਦਕ ਨੂੰ ਦੇਖ ਕੇ। ਕੋਈ ਸੱਚਾ ਭਗਤ ਹੈ ਜਿਹੜਾ ਜਲ ਨਹੀਂ ਛਕ ਰਿਹਾ, ਪ੍ਰਸ਼ਾਦਾ ਨਹੀਂ ਛਕ ਰਿਹਾ। ਬਾਹਰ ਲੈ ਕੇ ਆਏ, ਸੁੰਦਰ ਵਸਤਰਾਂ ਦੇ ਵਿੱਚ ਲਪੇਟ ਕੇ ਗੋਬਿੰਦ ਰਾਏ ਜੀ ਨੂੰ। ਉੱਠ ਕੇ ਖੜੇ ਹੋ ਗਏ, ਬੜੇ ਧਿਆਨ ਨਾਲ, ਬੜੇ ਗੌਰ ਨਾਲ ਪੀਰ ਜੀ ਨੇ ਦਰਸ਼ਨ ਕੀਤੇ ਗੋਬਿੰਦ ਰਾਏ ਜੀ ਦੇ। ਜਦੋਂ ਦਰਸ਼ਨ ਕਰ ਲਏ, ਖਿੜਖੜਾ ਕਰਕੇ ਹੱਸ ਪਏ, ਹੱਸੇ ਮੁਸਕਰਾਏ ਪੀਰ ਜੀ ਭੀਖਮ ਸ਼ਾਹ ਫਕੀਰ। ਹੱਸਦਿਆਂ ਹਸਾਉਂਦਿਆਂ ਨੇ ਦੋਵੇਂ ਕੁੱਜੀਆਂ ਵਾਲੇ ਹੱਥ, 2 ਕੁੱਜੀਆਂ ਸੀ ਹੱਥ ਵਿੱਚ ਫੜੀਆਂ, ਇੱਕ ਪਾਣੀ ਦੀ ਭਰੀ, ਇੱਕ ਦੁੱਧ ਦੀ ਭਰੀ, ਛੋਟੀਆਂ-ਛੋਟੀਆਂ ਕੁੱਜੀਆਂ ਉਹਨਾਂ ਨੇ ਅੱਗੇ ਕਰ ਦਿੱਤੀਆਂ। ਐਨ ਦਰਸ਼ਨ ਕਰਕੇ ਗਦਗਦ ਹੋ ਗਿਆ ਪੀਰ। ਜਦੋਂ ਅੱਗੇ ਕੀਤੀਆਂ ਤਾਂ ਆਪਣੀ ਬੁੱਕਲ ਦੇ ਵਿੱਚੋਂ ਨੰਨੇ ਮੁੰਨੇ ਆਪਣੇ ਕਮਲ ਕੱਢ ਕੇ, ਹੱਥ ਕੱਢ ਕੇ ਸਤਿਗੁਰੂ ਮਹਾਰਾਜ ਨੇ ਦੋਨਾਂ ਕੁੱਜੀਆਂ ਤੇ ਟਿਕਾ ਦਿੱਤੇ। ਪੀਰ ਉਸ ਤੋਂ ਵੀ ਜ਼ਿਆਦਾ ਖੁਸ਼ ਹੋਇਆ, ਗਦਗਦ ਹੋ ਗਿਆ, ਹੱਸ ਪਿਆ, ਮੁਸਕਰਾਇਆ। ਫਿਰ ਮਨ ਬਰਾਗ ਵਿੱਚ ਆ ਗਿਆ, ਅੱਖਾਂ ਵਿੱਚੋਂ ਬਰਾਗ ਦੇ ਹੰਝੂ ਨਾ ਧਰਤੀ ਗਿੱਲੀ ਕਰੀ ਜਾ ਰਿਹਾ ਹੈ। ਗੁਰਮੁਖ ਪਿਆਰਿਓ, ਸਰੋਤੇ ਆ ਨਾ ਜਿਹੜੇ ਭਿੰਡਰਾਂ ਵਾਲੇ ਮਹਾਂਪੁਰਖ, ਸਾਡੇ ਕੋਲ ਟਕਸਾਲ ਹੈ ਭਿੰਡਰਾਂ ਵਾਲੀ, ਬਾਬਾ ਮੋਹਨ ਸਿੰਘ ਜੀ ਦਾਸ ਜੀ ਨੇ, ਦਾਸ ਨੇ, ਸੰਗਤਾਂ ਦੇ ਦਾਸ ਨੇ। ਉੱਥੇ ਮਹਾਂਪੁਰਖਾਂ ਦੇ ਦਰਸ਼ਨ ਵੀ ਕੀਤੇ ਆ, ਟਕਸਾਲ ਦੇ ਵਿੱਚੋਂ ਗੁਰਬਾਣੀ ਦੀ ਸੰਥਿਆ ਵੀ ਕਰੀ ਹੈ। ਇੱਕ ਵਾਰੀ ਉਹਨਾਂ ਨੂੰ ਵਿਚਾਰ ਕਰਨ ਲੱਗ ਪਏ। ਸੰਗਤਾਂ ਨੇ ਪੁੱਛਿਆ ਬਾਬਾ ਮੋਹਨ ਸਿੰਘ ਜੀ ਨੂੰ, ਕਹਿੰਦੇ ਜੀ ਸਰੋਤੇ, ਅਸਲੀ ਸਰੋਤੇ ਕਿਹੜੇ ਹੁੰਦੇ ਆ?
ਉਹ ਕਹਿੰਦੇ ਅਸਲੀ ਸਰੋਤੇ ਭਾਈ ਕਥਾ ਚੱਲਦੀ ਹੋਵੇ ਬਾਣੀ ਦੀ ਜਾਂ ਗੁਰੂ ਦੀ ਕਥਾ ਚੱਲਦੀ ਹੋਵੇ, ਸਿੱਖ ਇਤਿਹਾਸ ਦੀ ਕਥਾ ਚੱਲਦੀ ਹੋਵੇ ਤੇ ਸਰੋਤੇ ਬੈਠੇ ਹੋਣ, ਸਰੋਤਿਆਂ ਦੇ ਵਿੱਚੋਂ ਕੁਝ ਸਰੋਤੇ ਜਿਨ੍ਹਾਂ ਦੇ ਅੱਖਾਂ ਵਿੱਚੋਂ ਬਰਾਗ ਦੇ ਹੰਝੂ ਚੱਲ ਪੈਂਦੇ ਆ, ਮਨ ਬਰਾਗੀ ਹੋ ਜਾਂਦਾ ਹੈ, ਉਹਨਾਂ ਦਾ ਮਨ ਸਾਫ਼ ਹੋ ਜਾਂਦਾ। ਅਸਲੀ ਸਰੋਤਾ ਕਹਿੰਦੇ ਉਹਨੂੰ ਗਿਣਿਆ ਜਾਂਦਾ ਹੈ। ਹੁਣ ਇਹ ਅਸਲੀ ਦੇਖਣ ਵਾਸਤੇ, ਦਰਸ਼ਨ ਕਰਨ ਵਾਸਤੇ ਗਿਆ, ਅਸਲੀ ਅੱਖਾਂ ਦੇ ਵਿੱਚੋਂ ਬਰਾਗ ਦੇ ਸੋਮੇ ਛੁੱਟ ਪਏ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ, ਤਨ ਮਨ ਨਿਹਾਲ ਹੋ ਗਿਆ। ਸੋ ਗੁਰਮੁਖ ਪਿਆਰਿਓ, ਅਸੀਂ ਵੀ ਹਰ ਰੋਜ਼ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਆ, ਸਾਡਾ ਤਨ ਮਨ ਨਿਹਾਲ ਹੋਣਾ ਚਾਹੀਦਾ। ਹੁੰਦਾ ਕਿਉਂ ਨਹੀਂ? ਅਸੀਂ ਜੋੜੇ ਤਾਂ ਗੇਟਾਂ ਦੇ ਉੱਤੇ ਉਤਾਰ ਦਿੰਨੇ ਆ, ਪਰ ਜਿਹੜੇ ਮਨ ਦੇ ਅੰਦਰ ਕਪਟ ਭਰਿਆ ਹੁੰਦਾ, ਸਾਡੇ ਦਿਲ ਦੇ ਵਿੱਚ ਬੁਰਾਈਆਂ ਹੁੰਦੀਆਂ, ਚੁਗਲੀ, ਨਿੰਦਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੋੜਿਆਂ ਦਾ ਸਾਨੂੰ ਧਿਆਨ ਹੁੰਦਾ ਹੈ, ਸਾਨੂੰ ਜਰਾਬਾਂ ਦਾ ਧਿਆਨ ਹੁੰਦਾ ਵੀ ਜਰਾਬਾਂ ਤਾਰ ਕੇ ਗੁਰੂ ਦਰਬਾਰ ਵਿੱਚ ਜਾਈਦਾ, ਜੋੜੇ ਤਾਰ ਕੇ ਅਸੀਂ ਤਾਰ ਦਿੰਨੇ ਆ। ਪਰ ਆ ਜਿਹੜੀਆਂ ਬੁਰਾਈਆਂ ਅਸੀਂ ਨਾਲ ਲੈ ਜਾਂਦੇ ਆ, ਇਹ ਬੁਰਾਈਆਂ ਅਸੀਂ ਨਾਲ ਹੀ ਲੈ ਜਾਂਦੇ ਆ। ਇਹ ਭੀਖਮ ਸ਼ਾਹ ਫਕੀਰ ਸੀ ਜਿਹੜਾ ਇਹ ਮਨ ਨੂੰ ਸ਼ੁੱਧ ਕਰਕੇ, ਆਤਮਾ ਨੂੰ ਸ਼ੁੱਧ ਕਰਕੇ ਬਰਾਗ ਵਿੱਚ ਭਿੱਜ ਕੇ ਗਿਆ, ਤੇ ਜਦੋਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਹੋ ਗਏ, ਫਿਰ ਉੱਥੇ ਇੱਕ ਸ਼ੇਰ ਲਿਖਿਆ ਦਿਲਬਰ ਸਾਹਿਬ ਨੇ। ਉੱਥੇ ਕੀ ਕਿਹਾ ਪੀਰ ਨੇ? ਉਹ ਕਹਿੰਦਾ, ਓਏ ਕਿੰਨਾ ਫਰਕ ਹੈ ਮੌਤ ਤੇ ਜ਼ਿੰਦਗੀ ਦਾ, ਇਹ ਤਲਵਾਰ ਦੀ ਨੋਕ ਤੇ ਹਾੜ ਲਏਗਾ, ਇਹਨੇ ਦੁਨੀਆ ਦੇ ਦਿਲ ਆਬਾਦ ਕਰਨੇ, ਝੁੱਗੇ ਆਪਣੇ ਆਪ ਉਜਾੜ ਲਏਗਾ, ਰਾਖਾ ਬਣੂ ਗਰੀਬਾਂ ਦੇ ਢਾਰਿਆਂ ਦਾ, ਲੰਕਾ ਸੋਨੇ ਦੀ ਆਪਣੀ ਸਾੜ ਲਏਗਾ, ਇਹ ਮਹੀਵਾਲ ਲਈ ਪੱਟ ਤੇ ਸਬਰ ਕਰ ਲੂ, ਇਹ ਕੌਮ ਲਈ ਕਾਲਜਾ ਪੜ ਲਏਗਾ, ਸੱਸੀ ਵਾਂਗ ਜਾਵਰ ਜ਼ਾਲਮ ਭੁੱਜ ਜਾਸਣ, ਇਹਦੇ ਤੀਰਾਂ ਦੀ ਸੰਘਣੀ ਸ਼ਾਨ ਅੰਦਰ, ਕਹਿੰਦੇ ਘੜੇ ਕੀ ਪਹਾੜ ਵੀ ਰੁੜ ਜਾਣਗੇ ਇਹਦੀ ਤੇਗ ਚੋਂ ਫੁੱਟੀ, ਚਨਾ ਅੰਦਰ ਹਿੰਦੂਆਂ ਦਾ ਮੁਸਲਮਾਨਾਂ ਦਾ ਸਾਂਝਾ ਪੀਰ ਹੋਵੇਗਾ, ਤੀਸਰਾ ਪੰਥ ਕੋਈ ਨਵਾਂ ਸਜਾਵੇਗਾ। ਇਹ ਕਹਿ ਕੇ ਪੀਰ ਜੀ ਆਨੰਦ ਮੰਗਲੋ ਕੇ ਪ੍ਰਸ਼ਾਦਾ ਛਕ ਕੇ ਬਸਤਰ ਲੈ ਕੇ ਵਾਪਸ ਆਏ। ਇੱਥੇ ਪਟਨਾ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਇੱਕ ਚੋਜ ਕਰਨ ਜਾ ਰਹੇ ਨੇ। 2 ਸੋਨੇ ਦੇ ਕੜੇ ਸਤਿਗੁਰੂ ਮਹਾਰਾਜ ਦੇ ਦੋਨਾਂ ਹੱਥਾਂ ਵਿੱਚ ਮਾਤਾ ਗੁਜਰ ਕੌਰ ਜੀ ਨੇ ਬੜੇ ਚਾਵਾਂ ਮਲਾਰਾਂ ਨਾਲ ਪਹਿਨਾਏ ਹੋਏ ਸਨ। ਤਾਂ ਗੁਰਮੁਖ ਪਿਆਰਿਓ, ਇੱਕ ਦਿਨ ਖੇਡਦੇ ਖਿਡਾਉਂਦੇ ਇੱਕ ਕੰਗਣ ਹੱਥ ਵਿੱਚੋਂ ਲਾ ਕੇ ਉਹ ਗੰਗਾ ਦੇ ਪਾਣੀ ਵਿੱਚ ਵਗਾ ਕੇ ਮਾਰਿਆ। ਤਾਂ ਇੱਕ ਬੱਚੇ ਨੇ ਆ ਕੇ ਦੱਸਿਆ, ਮਾਤਾ ਜੀ ਤੇਰੇ ਲਾਲ ਗੋਬਿੰਦ ਰਾਏ ਨੇ ਉਹ ਸੋਨੇ ਦਾ ਕੰਗਣ ਗੰਗਾ ਦੇ ਵਗਦੇ ਪਾਣੀ ਵਿੱਚ ਸੁੱਟ ਦਿੱਤਾ। ਤਾਂ ਗੁਰਮੁਖ ਪਿਆਰਿਓ, ਮਾਤਾ ਜੀ ਪੁੱਛਦੇ ਆ, ਬੇਟਾ ਕੀ ਗੱਲ ਹੈ, ਕਿੱਥੇ ਕਰਕੇ ਸੁੱਟਿਆ? ਗੋਤਾਖੋਰਾਂ ਨੂੰ ਲਿਆ ਕੇ ਕਢਵਾ ਲੈਨੇ ਆ, ਬੜਾ ਕੀਮਤੀ ਸੀ, ਇਹ ਵਸਦਾ ਘਰ ਉੱਜੜ ਜਾਵੇਗਾ, ਕਿੱਥੇ ਕਰਕੇ ਸੁੱਟਿਆ? ਜਦੋਂ ਪੁੱਛਿਆ, ਮਾਤਾ ਜੀ ਨੇ ਫਿਰ ਦੂਸਰੇ ਕੰਗਣ ਨੂੰ ਪਾਇਆ ਹੱਥ, ਲਾ ਕੇ ਕੰਗਣ ਵਗਾ ਕੇ ਮਾਰਿਆ। ਕਹਿੰਦੇ ਮਾਤਾ ਹੇ ਇੱਥੇ ਕਰਕੇ ਸੁੱਟਿਆ, ਉਹ ਵੀ ਸੁੱਟ ਦਿੱਤਾ। ਹੁਣ ਮਾਤਾ ਜੀ ਪੁੱਛਦੇ ਨੇ, ਬੇਟਾ ਕੀ ਕਾਰਨ ਹੈ? ਆਪਣੀ ਮਾਤਾ ਜੀ ਦੇ ਨਾਲ ਗੋਬਿੰਦ ਰਾਏ ਜੀ ਦੀ ਛੋਟੀ ਜੀ ਬਾਲ ਅਵਸਥਾ ਉਮਰ ਹੈ, ਆਪਣੀ ਮਾਤਾ ਜੀ ਦੇ ਨਾਲ ਪਿਆਰ ਭਰੇ ਉੱਤਰ ਪ੍ਰਸ਼ਨ ਬਚਨ ਵਿਚਾਰ ਇਉਂ ਕਰਦੇ ਆ ਬਈ। ਹੋ ਗੱਲ ਸੁਣ ਸੋਹਣਿਆ ਵੇ ਮੇਰੇ ਮਨ ਮੋੜਿਆ, ਕਿੱਥੇ ਆਇਆ ਕੰਗਣੇਂਗਵਾ। ਗੱਲ ਸੁਣ ਸੋਹਣਿਆ ਵੇ ਮੇਰੇ ਮਨ ਮੋੜਿਆ, ਕਿੱਥੇ ਆਇਆ ਕੰਗਣੇਂਗਵਾ। ਬਚਨਿਆ ਚੱਲ ਮੈਨੂੰ ਚੱਲ ਕੇ ਵਿਖਾ। ਗੱਲ ਸੁਣ ਅੰਮੀਏ ਨੇ ਦਿਲਾਂ ਤਾਈਂ ਤੰਮੀਏ, ਐਵੇਂ ਹੁਣ ਚੱਟ ਨਾ ਡੜਾ ਨੀ ਅੰਮੀਏ, ਮੈਂ ਤਾਂ ਆਇਆ ਗੰਗਾ ਚੇਰੜਾ ਨੀ ਅੰਮੀਏ, ਮੈਂ ਤਾਂ ਆਇਆ ਗੰਗਾ ਚੇਰੜਾ। ਚਾਵਾਂ ਨਾਲ ਪੱਗ ਕਰ ਧੋਰਿਆ ਸੀ ਚੰਨ ਆਵੇ, ਚਾਵਾਂ ਨਾਲ ਪੱਗ ਕਰ ਧੋਰਿਆ ਸੀ ਚੰਨ ਆਵੇ। ਲਤਨਾ ਨਾ ਹਜੇ ਮੇਰਾ ਚਾਵੇ, ਲਤਨਾ ਨਾ ਹਜੇ ਮੇਰਾ ਚਾ। ਗੱਲ ਸੁਣ ਸੋਹਣਿਆ ਵੇ ਮੇਰੇ ਮਨ ਮੋਹਣਿਆ, ਕਿੱਥੇ ਆਇਆ ਕੰਗਣੇ ਗਵਾ। ਵੇ ਚੰਨਿਆ ਚੱਲ ਮੈਨੂੰ ਚੱਲ ਕੇ ਦਿਖਾ। ਕੂੜ ਸੋਨਾ ਕੂੜ ਰੂਪਾ ਕੂੜ ਬਾਣੀ ਦੱਸ ਜੀਏ, ਨਾਨਕ ਜੀ ਗਏ ਪਰਮਾ, ਨਾਨਕ ਜੀ ਗਏ ਪਰਮਾ। ਗੱਲ ਸੁਣ ਸੋਹਣਿਆ ਵੇ ਮੇਰੇ ਮਨ ਮੋਹਣਿਆ, ਕਿੱਥੇ ਆਇਆ ਕੰਗਣਾ ਗਵਾ। ਵੇ ਸੋਹਣਿਆ ਚੱਲ ਮੈਨੂੰ ਚੱਲ ਕੇ ਦਿਖਾ।
ਦੇਦਾ ਸ਼ਿੰਗਾਰ ਸੰਸਾਰ ਕਾਏ ਸੁਣ ਤਾਈ ਦੇਦਾ ਸ਼ਿੰਗਾਰ ਸੰਸਾਰ ਕੋਈ ਸੁਣ ਤਾਈ ਭਾਗਾਂ ਨਾਲ ਸਕਦਾ ਥਿਆ ਮਾਂ ਭਾਗਾਂ ਨਾਲ ਸਕਦਾ ਥਿਆ ਗੱਲ ਸੁਣ ਸੋਹਣਿਆ ਵੇ ਮੇਰੇ ਮਨ ਮੋਹਣਿਆ ਤੇ ਆਇਆ ਕੰਗਣੇ ਗਵਾ ਵੇ ਚੰਨ ਵੇ ਚੱਲ ਮੈਨੂੰ ਚੱਲ ਕੇ ਦਿਖਾ ਸੋਨੇ ਦਾ ਬਰਾਗ ਕਰੋ ਕਰੇ ਮਾਤਾ ਬੋਲੀਏ ਨੀ ਜਾਣੇ ਕਹਿੰਦੇ ਚੰਦਰੀ ਬਲਾ ਨੀ ਜਾਣੇ ਕਹਿੰਦੇ ਚੰਦਰੀ ਬਲਾ ਗੱਲ ਸੁਣ ਅੰਮੀਏ ਨੇ ਦਿਨਾਂ ਤਾਈ ਥੰਮੀਏ ਐਵੇਂ ਹੁਣ ਜੱਟ ਨਾ ਨਲਾ ਨੀ ਅੰਮੀਏ ਮੈਂ ਤਾਂ ਆਇਆ ਗੰਗਾ ਚਰਣਾ ਗੰਗਾ ਦੀਆਂ ਲਾਈਨਾਂ ਵਿੱਚ ਲੋੜ ਕੇ ਕੀ ਲੱਭ ਆਵੇ ਗੰਗਾ ਦੀਆਂ ਲਾਈਨਾਂ ਵਿੱਚ ਰੋੜ ਕੇ ਕੀ ਲੱਭ ਆਵੇ ਇਸ ਤੇਰਾ ਹੋ ਜਾਗੇ ਤਬਾਹ ਇਸ ਤੇਰਾ ਹੋ ਜਾਗੇ ਤਬਾਹ ਗੱਲ ਸੁਣ ਸੋਹਣਿਆ ਵੇ ਮੇਰੇ ਮਨ ਮੋਹਣਿਆ ਕਿੱਥੇ ਆਇਆ ਕੰਗਣੇ ਗਵਾ ਵੇ ਲਾਲ ਵੇ ਚੱਲ ਮੈਨੂੰ ਚੱਲ ਕੇ ਵਿਖਾ ਇੱਕ ਦਿਨ ਘਰ ਇਹ ਉਜੜ ਕੇ ਬਸਣਾ ਏ ਸ਼ਾਂਤ ਰਿਹਾ ਸੱਚ ਬਦਲਾ ਨੀ ਅੰਮੀਏ ਸ਼ਾਂਤ ਰਿਹਾ ਸੱਚ ਬਦਲਾ ਗੱਲ ਸੁਣ ਅੰਮੀਏ ਨੇ ਦਿਨਾਂ ਤਾਈ ਤੰਮੀਏ ਐਵੇਂ ਹੁਣ ਚਿੱਤ ਨਾ ਡਲਾ ਨੀ ਅੰਮੀਏ ਮੈਂ ਤਾਂ ਆਇਆ ਗੰਗਾ ਚੀਰੜਾ ਚੰਨਿਆ ਚੱਲ ਮੈਨੂੰ ਚੱਲ ਕੇ ਵਿਖਾ ਨੀ ਅੰਮੀਏ ਮੈਂ ਤਾਂ ਆਇਆ ਗੰਗਾ ਚੀਰੜਾ ਹੋ ਹੋ ਸੋ ਸਾਰੀਆਂ ਸਿੱਖ ਸੰਗਤਾਂ ਜਿਨ੍ਹਾਂ ਨੇ ਇੱਥੇ ਹਾਜ਼ਰੀ ਭਰੀ ਹੈ ਸੰਗਤ ਦੇ ਰੂਪ ਵਿੱਚ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੰਗਤਾਂ ਵੱਲੋਂ ਲੰਗਰ ਲਾਇਆ ਗਿਆ ਉਹਨਾਂ ਸੰਗਤਾਂ ਦਾ ਵੀ ਸਮੁੱਚੇ ਤੌਰ ਤੇ ਧੰਨਵਾਦ ਹੈ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ